ਹਰਕਿਰਤ ਸਿੰਘ ਬੱਲ ਵੱਲੋਂ ਗੁਰਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁੱਡ ਮਾਰਨਿੰਗ ਸੰਗਤ, ਵੇਖ ਰਹੇ ਸਾਰੇ ਸਰੋਤਿਆਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ। ਆਸ ਕਰਦੇ ਹਾਂ, ਉਮੀਦ ਕਰਦੇ ਹਾਂ ਸਾਰੇ ਹੀ ਚੜ੍ਹਦੀ ਕਲਾ ਵਿੱਚ ਹੋਵੋਗੇ। ਸਟੂਡੀਓ ਵਿੱਚ ਸਾਡੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਸਤਿਕਾਰਯੋਗ ਪੱਤਰਕਾਰ ਬਲਵਿੰਦਰ ਸਿੰਘ ਜੰਮੂ ਜੀ। ਜੰਮੂ ਜੀ ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ ਜੀ। ਜੰਮੂ ਜੀ, ਜਿਵੇਂ ਗੱਲ ਕੀਤੀ ਜਾ ਰਹੀ ਸੀ ਕਿਸਾਨਾਂ ਵੱਲੋਂ ਇੱਕ ਅਹਿਮ ਬੈਠਕ ਜਿਹਦੇ ਵਿੱਚ ਅਗਲੇ ਪੜਾਅ ਦੇ ਜਿਹੜੇ ਫੈਸਲੇ ਲਏ ਜਾਣੇ ਸੀ ਉਹ ਫੈਸਲੇ ਉਲੀਕ ਦਿੱਤੇ ਗਏ ਨੇ। ਉਹਨਾਂ ਦੇ ਵਿੱਚ ਜਿਹੜਾ ਮਈ ਦੇ ਵਿੱਚ ਸੰਸਦ ਦਾ ਜਿਹੜਾ ਘਿਰਾਓ ਦੀ ਗੱਲ ਸਾਹਮਣੇ ਆਈ ਹੈ, ਜਿਵੇਂ ਕਿ ਜੇ ਗੱਲ ਕੀਤੀ ਜਾਵੇ 1 ਫਰਵਰੀ ਨੂੰ ਜਿਹੜਾ ਸੰਸਦ ਦਾ ਘਿਰਾਓ ਕੀਤਾ ਜਾਣਾ ਸੀ, ਇਹ ਮਿਤੀ ਤੈਅ ਕੀਤੀ ਗਈ ਸੀ, ਪਰ 26 ਦੇ ਜਿਹੜਾ ਘਟਨਾਕ੍ਰਮ ਨੂੰ ਵੇਖਦੇ ਹੋਏ ਇਹ ਜਿਹੜੀ ਮੁਲਤਵ ਕਰ ਦਿੱਤੀ ਸੀ, ਕੈਂਸਲ ਕਰ ਦਿੱਤਾ ਗਿਆ ਸੀ ਉਸ ਵੇਲੇ ਪ੍ਰੋਗਰਾਮ, ਕਿਉਂਕਿ ਸਮੇਂ ਦੀ ਨਿਜਾਕਤ ਨਹੀਂ ਸੀ ਕਿ 1 ਫਰਵਰੀ ਨੂੰ ਜਿਹੜਾ ਸੰਸਦ ਦਾ ਘਿਰਾਓ ਕੀਤਾ ਜਾਵੇ। ਦੁਬਾਰਾ ਮਈ ਮਹੀਨੇ ਦੇ ਵਿੱਚ ਜਿਹੜਾ ਘਿਰਾਓ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਜਿਹੜੇ ਅਗਲੇ ਪੜਾਅ ਦੇ ਪ੍ਰੋਗਰਾਮ ਵੀ ਉਲੀਕ ਦਿੱਤੇ ਗਏ ਨੇ। ਜੰਮੂ ਜੀ, ਇਹ ਭਾਵੇਂ ਕਿ ਪਹਿਲਾਂ ਵੀ ਪਤਾ ਹੀ ਸੀ 5 ਫਰਵਰੀ ਨੂੰ ਜਿਹੜਾ FCI ਦੇ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ। 5 ਅਪ੍ਰੈਲ ਨੂੰ ਜਿਹੜਾ ਘਿਰਾਓ ਕੀਤਾ ਜਾਵੇਗਾ। ਇਸ ਤੋਂ ਇਲਾਵਾ 10 ਅਪ੍ਰੈਲ ਨੂੰ KMP ਜਿਹੜਾ ਜਾਮ ਕੀਤਾ ਜਾਵੇਗਾ। 13 ਅਪ੍ਰੈਲ ਨੂੰ ਜਿਹੜੀ ਵਿਸਾਖੀ ਹੈ ਉਹ ਦਿੱਲੀ ਦੀਆਂ ਵਰੂਹਾਂ 'ਤੇ ਹੀ ਜਿਹੜੀ ਮਨਾਈ ਜਾਵੇਗੀ, ਖਾਲਸਾ ਸਿਰਜਣਾ ਦਿਵਸ। ਇਸ ਤੋਂ ਇਲਾਵਾ 14 ਨੂੰ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਿਹੜਾ ਜਨਮ ਦਿਨ ਹੈ, ਉਹਦੇ ਸੰਬੰਧ ਦੇ ਵਿੱਚ ਸੰਵਿਧਾਨ ਬਚਾਓ ਦਿਵਸ ਜਿਹੜਾ 14 ਅਪ੍ਰੈਲ ਨੂੰ ਮਨਾਇਆ ਜਾਵੇਗਾ। 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਵੇਗਾ। ਜੰਮੂ ਜੀ, ਜਿਹੜੀ ਇਹ ਐਲਾਨ ਕੀਤਾ ਗਿਆ ਹੈ ਬਹੁਤ ਵੱਡਾ ਐਲਾਨ ਹੈ, ਭਾਵੇਂ ਕਿ ਇਹਦੇ ਵਿੱਚ ਵੱਖ-ਵੱਖ ਰਾਵਾਂ ਹੋ ਸਕਦੀਆਂ ਨੇ। ਸੰਸਦ ਦੇ ਘਿਰਾਓ ਨੂੰ ਲੈ ਕੇ ਜਿਹੜਾ 26 ਵਾਲੀਆਂ ਘਟਨਾਵਾਂ ਨੂੰ ਵੇਖ ਕੇ ਵੀ ਖਾਦਸੇ ਦਾ ਵੀ ਕਿਤੇ ਨਾ ਕਿਤੇ ਜਿਹੜਾ ਡਰ ਜਤਾਇਆ ਜਾ ਰਿਹਾ, ਕਿਵੇਂ ਵੇਖਦੇ ਹੋ ਜੀ? ਦੇਖੋ, ਕਿਸਾਨਾਂ ਕੋਲ ਇਸ ਵੇਲੇ ਹੋਰ ਕੋਈ ਬਦਲ ਨਹੀਂ ਸਵਾਏ ਅੰਦੋਲਨ ਕਰਨ ਤੋਂ। ਜੀ, ਸਰਕਾਰ ਦਾ ਅੜੀਅਲ ਵਤੀਰਾ ਹੈ ਤੇ ਉਹਦੇ ਨਾਲ ਹੀ ਕੁਝ ਹੋਰ ਸ਼ਰਤਾਂ ਵੀ ਆ ਗਈਆਂ। ਉਹਦੇ ਵਿੱਚ FCI ਦੀਆਂ ਸ਼ਰਤਾਂ ਆ ਗਈਆਂ। ਇਹਦੇ ਨਾਲ ਹੀ ਪੰਜਾਬ ਤੋਂ ਕਣਕ ਖਰੀਦਣ ਦੇ ਮਾਮਲੇ 'ਚ ਵੀ ਕੁਝ ਗੱਲਾਂ ਆਈਆਂ ਨੇ। ਕੇਂਦਰ ਸਰਕਾਰ ਨੇ ਕਿਹਾ ਵੀ ਅਸੀਂ ਜਿਹੜੀ ਕਿਸਾਨਾਂ ਨੂੰ ਸਿੱਧੀ ਜਿਹੜੀ ਆ ਅਦਾਇਗੀ ਕਰਾਂਗੇ। ਇਸ ਕਰਕੇ ਤੁਸੀਂ ਸਿਸਟਮ ਬਣਾਇਆ ਨਹੀਂਗਾ, ਜਿਹੜੀ ਪੋਰਟਲ ਬਣਾਉਣਾ ਸੀਗਾ ਉਹ ਤੁਸੀਂ ਵਿਕਸਿਤ ਨਹੀਂ ਕੀਤਾ, ਜਿਹਦੇ ਉੱਪਰ ਸਾਰੇ ਕਿਸਾਨਾਂ ਦੀਆਂ ਜਿਹੜੀਆਂ ਫਰਦਾਂ ਉਹ ਚਾੜੀਆਂ ਜਾਣੀਆਂ ਸੀ ਵੀ ਕੌਣ ਜ਼ਮੀਨ ਵਾਹੁੰਦਾ, ਕੌਣ ਮਾਲਕ ਹੈ ਤੇ ਕੌਣ ਕਿਰਾਏਦਾਰ ਹੈ, ਕੌਣ ਠੇਕੇਦਾਰ ਹੈ, ਕਿਹਨੂੰ ਜ਼ਮੀਨ ਤੁਸੀਂ ਅੱਗੇ ਦਿੱਤੀ ਹੋਈ ਹੈ। ਪੰਜਾਬ ਸਰਕਾਰ ਨੇ ਉਹ ਰਿਕਾਰਡ ਜਿਹੜਾ ਪਾਇਆ ਨਹੀਂ ਹੋਇਆ ਤੇ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 22 ਫਰਵਰੀ ਨੂੰ ਇੱਕ ਪੱਤਰ ਲਿਖਿਆ ਸੀ ਕੇਂਦਰ ਸਰਕਾਰ ਨੂੰ ਵੀ ਸਾਨੂੰ 1 ਸਾਲ ਦੀ 6 ਮਹੀਨਿਆਂ ਦੀ ਮੋਹਲਤ ਦੇ ਦਿਓ। 6 ਮਹੀਨਿਆਂ ਦੇ ਵਿੱਚ ਅਸੀਂ ਸਾਰਾ ਜਿਹੜਾ ਰਿਕਾਰਡ ਆ ਉਹ ਅਪਡੇਟ ਕਰ ਦਿਆਂਗੇ। ਝੋਨੇ ਦੀ ਫਸਲ ਤੱਕ ਅਸੀਂ ਜਿਹੜਾ ਇਹਨੂੰ ਸਾਰੇ ਨੂੰ ਸੈੱਟ ਕਰ ਲਵਾਂਗੇ ਜੀ। ਪਰ ਕੇਂਦਰ ਸਰਕਾਰ ਨੇ ਇਹਦੇ ਉਲਟ ਕਿਹਾ ਹੈ ਵੀ ਅਸੀਂ ਤੁਹਾਨੂੰ 2018 'ਚ ਕਿਹਾ ਸੀਗਾ ਅਸੀਂ 12 ਸੂਬਿਆਂ ਤੋਂ ਅਨਾਜ ਖਰੀਦਦੇ ਪੰਜਾਬ ਸਮੇਤ, ਬਾਕੀਆਂ ਨੇ 11 ਨੇ ਕਰਤਾ ਹੈ, ਹਰਿਆਣੇ ਨੇ ਕਰਤਾ ਹੈ, ਤੁਸੀਂ ਕਿਉਂ ਨਹੀਂ ਕੀਤਾ? ਤੁਸੀਂ ਜਾਣ ਬੁੱਝ ਕੇ ਨਹੀਂ ਕੀਤਾ। ਮਤਲਬ ਜੇ ਸਿੱਧੀ ਅਦਾਇਗੀ ਹੋ ਜਾਂਦੀ ਹੈ ਤਾਂ ਉਹਦੇ ਨਾਲ ਆੜ੍ਹਤੀਏ ਜਿਹੜੇ ਬਾਹਰ ਹੋ ਜਾਣਗੇ, ਉਹਦੇ ਨਾਲ ਅੱਗੇ APMC ਐਕਟ ਦਾ ਵੀ ਭੋਗ ਪੈਣ ਦਾ ਰਾਹ ਖੁੱਲ੍ਹ ਜਾਏਗਾ। ਇਹ ਗੱਲਾਂ ਜਿਹੜੀਆਂ ਹੋਣਗੀਆਂ, ਮਤਲਬ ਆੜ੍ਹਤੀਆਂ ਦਾ ਤਾਂ ਕੰਮ ਬਾਹਰ ਹੋ ਜਾਏਗਾ ਨਾ, ਸਿੱਧੀ ਅਦਾਇਗੀ ਆਉਣੀ ਆ ਤੇ ਉਹ ਕਿਵੇਂ ਹੋਏਗਾ? ਉਹਨਾਂ ਨੂੰ ਆੜ੍ਹਤੀਆਂ ਦਾ ਇੱਕ ਮਾਮਲਾ ਖਤਮ ਹੋ ਜਾਏਗਾ। ਦੂਜੀਆਂ ਗੱਲਾਂ ਵੀ ਜੇ ਸਰਕਾਰ ਨਹੀਂ ਕਰਦੀ ਐਜ਼ ਹੁਣ ਤਾਂ 10 ਦਿਨਾਂ 'ਚ ਤਾਂ ਹੋਣਾ ਨਹੀਂ, ਅੱਜ ਦਾ ਦਿਨ ਤਾਂ ਗਿਆ, ਦਿਨ ਇਹਦੇ ਵਿੱਚ ਰਹਿ ਗਏ 8 ਜੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁੱਦੇ ਦੇ ਉੱਪਰ ਮੀਟਿੰਗ ਸੱਦੀ ਹੈ। ਕੱਲ ਕੈਬਨਿਟ ਦੀ ਮੀਟਿੰਗ ਦੇ ਵਿੱਚ ਜਿਹੜਾ ਉਹਦੇ 'ਚ ਵੀ ਇਹਦੇ ਤੇ ਚਰਚਾ ਹੋਈ। ਕੁਝ ਮੰਤਰੀਆਂ ਨੇ ਕਿਹਾ ਵੀ ਸਾਨੂੰ ਸਮਾਂ ਰਹਿੰਦਿਆਂ ਕੋਈ ਕਦਮ ਚੁੱਕਣੇ ਚਾਹੀਦੇ ਆ। ਚੋਣ ਮਤਲਬ ਹੋਣੀ ਆ ਤੇ ਜਿਹੜਾ ਦਾਣਾ ਚੁੱਕਣਾ ਉਹ ਕਿਵੇਂ ਚੁੱਕਿਆ ਜਾਏਗਾ, ਇਹਦੇ ਬਾਰੇ ਸਾਨੂੰ ਸੁਚੇਤ ਹੋਣਾ ਚਾਹੀਦਾ। ਤੇ ਅੱਜ ਪੰਜਾਬ ਸਰਕਾਰ ਨੇ ਸੀਨੀਅਰ ਅਧਿਕਾਰੀਆਂ ਦੀਆਂ, ਮੰਤਰੀਆਂ ਦੀ, ਹੋਰ ਜਥੇਬੰਦੀਆਂ ਨਾਲ, ਕੁਝ ਨਾਲ ਜਿਹੜੇ ਆੜ੍ਹਤੀਆਂ ਨੂੰ ਵੀ ਸੱਦਿਆ ਹੋਇਆ ਤਾਂ ਕਿ ਇਸ ਮਾਮਲੇ ਤੇ ਗੌਰ ਕਰਕੇ ਅੱਗੇ ਵਧਿਆ ਜਾਵੇ। ਫਿਰ ਕੇਂਦਰ ਸਰਕਾਰ ਨਾਲ ਇਸ ਮੁੱਦੇ ਤੇ ਕੀ ਕੀਤਾ ਜਾਵੇ। ਕੁਝ ਮੰਤਰੀਆਂ ਦਾ ਇਹ ਵੀ ਕਹਿਣਾ ਵੀ ਸਾਨੂੰ ਦਿੱਲੀ ਜਾ ਕੇ ਧਰਨਾ ਦੇਣਾ ਚਾਹੀਦਾ, ਉੱਥੇ ਜਾ ਕੇ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰਨਾ ਚਾਹੀਦਾ ਵੀ ਸਾਨੂੰ ਸਮਾਂ ਦਿਓ।
ਮਤਲਬ ਇਹਦੇ ਬਾਰੇ ਦੋ ਤਰ੍ਹਾਂ ਦੀ ਰਾਏ ਹੈਗੀ ਆ ਵੀ ਇੱਕ ਤਾਂ ਇਹ ਜੇ ਪੰਜਾਬ ਸਰਕਾਰ ਇਹ ਸਾਰਾ ਕੁਝ ਮੰਨ ਲੈਂਦੀ ਹੈ ਇਹਦਾ ਮਤਲਬ ਉਹਨੇ ਜਿਹੜਾ ਕੇਂਦਰ ਸਰਕਾਰ ਦੀ ਗੱਲ ਮੰਨ ਲਈ ਹੈ। ਵੈਸੇ ਵੀ ਬਹੁਤਾ ਕੰਮ ਜਿਹੜਾ ਨਾ ਗੱਲ ਮੰਨਣ ਦੇ ਨੇੜੇ ਤੇੜੇ ਪਹੁੰਚ ਚੁੱਕਾ ਹੈ। ਸੋ ਇਹਦੇ ਨਾਲ ਜਿਹੜਾ ਪੁਰਾਣਾ ਸਿਸਟਮ ਆ ਉਹ ਖਤਮ ਹੋਣ ਵੱਲ ਜਾਏਗਾ ਜੀ। ਪਹਿਲਾਂ ਵੀ ਕੇਂਦਰ ਸਰਕਾਰ ਨੇ ਜਿਹੜਾ ਰੂਰਲ ਡਿਵੈਲਪਮੈਂਟ ਦਾ ਫੰਡ ਦਾ 1000 ਕਰੋੜ ਰੁਪਈਆ ਨਹੀਂ ਦਿੱਤਾ, ਵੈਸੇ ਵੀ GST ਦਾ ਪੈਸਾ ਜਿਹੜਾ ਦੇਣਾ ਰਹਿੰਦਾ। ਇਹਦੇ ਨਾਲ ਜਿਹੜਾ ਕਿ ਸੂਬੇ ਦੀ ਹਾਲਤ ਜਿਹੜੀ ਹੈ ਵਿੱਤੀ ਹਾਲਤ ਹੋਰ ਮਾੜੀ ਹੋਏਗੀ। ਜੇ ਕਣਕ ਨਹੀਂ ਖਰੀਦੀ ਜਾਂਦੀ, ਕਣਕ ਦੀ ਵਢਾਈ ਪੰਜਾਬ 'ਚ ਕਿਤੇ ਕਿਤੇ ਸ਼ੁਰੂ ਹੋ ਚੁੱਕੀ ਹੈ ਜੀ। ਸਾਡੇ ਨੇੜੇ ਬਨੂੜ ਵਾਲਾ ਏਰੀਆ ਇਹਦੇ ਸ਼ੁਰੂ ਹੋ ਚੁੱਕੀ ਹੈ। ਕੁਝ ਹੋਰ ਇਲਾਕਿਆਂ ਦੇ ਵਿੱਚ ਵੀ ਕਣਕ ਦੀ ਬਜਾਏ ਜਿਹੜੀ ਕਟਾਈ ਹੈ ਸ਼ੁਰੂ ਹੋ ਚੁੱਕੀ ਹੈ। ਇਹਦਾ ਮਤਲਬ ਇੱਕ ਹਫ਼ਤੇ ਦੇ ਅੰਦਰ ਅੰਦਰ ਮੰਡੀਆਂ ਦੇ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਜਾਏਗੀ। ਪਹਿਲੀ ਆਮਦ ਦਾ ਹੋ ਸਕਦਾ ਆੜਤੀ ਜਾਂ ਹੋਰ ਲੋਕ ਖਰੀਦ ਲੈਣ, ਜਿਹੜੇ ਚੱਕੀਆਂ ਵਾਲੇ ਖਰੀਦ ਲੈਂਦੇ ਆ ਜੀ। ਪਰ ਉਦੋਂ ਸਮੱਸਿਆ ਜ਼ਿਆਦਾ ਵੱਡੀ ਆਉਣੀ ਜਦੋਂ ਬਲਕ ਦੇ ਵਿੱਚ ਕਣਕ ਆਉਣੀ ਹੈ, ਵੱਡੀ ਪੱਧਰ ਤੇ ਕਣਕ ਦੀ ਆਮਦ ਹੋਣੀ ਹੈ। ਉਹ ਤੋਂ ਪਹਿਲਾਂ ਪੰਜਾਬ ਸਰਕਾਰ ਲਈ ਜ਼ਰੂਰੀ ਹੈ ਕਿ ਇਸ ਮਸਲੇ ਦਾ ਹੱਲ ਹੋਵੇ। ਕੇਂਦਰ ਸਰਕਾਰ ਨੂੰ ਚਾਹੀਦਾ ਕਿ 6 ਮਹੀਨਿਆਂ ਦਾ ਪੰਜਾਬ ਨੂੰ ਸਮਾਂ ਦੇਣਾ ਚਾਹੀਦਾ। ਸਮਾਂ ਕਿਉਂ ਨਹੀਂ ਦੇਣਾ? ਸਮਾਂ ਦਿੱਤਾ ਜਾਣਾ ਚਾਹੀਦਾ। ਪੰਜਾਬ ਦੇਸ਼ ਦਾ ਅੰਨਦਾਤਾ ਰਿਹਾ। ਚਲੋ ਹੁਣ ਤਾਂ ਹੋਰ ਸੂਬੇ ਵੀ ਕਣਕ ਝੋਨਾ ਪੈਦਾ ਕਰਨ ਲੱਗੇ, ਕਦੇ ਕੱਲਾ ਪੰਜਾਬ ਹੁੰਦਾ ਸੀਗਾ। ਇਸ ਕਰਕੇ ਇਹਨੂੰ ਇੱਕ ਸਮਾਂ ਮੌਕਾ ਦੇਣਾ ਚਾਹੀਦਾ ਤਾਂ ਕਿ ਜਿਹੜਾ ਇਹਨਾਂ ਨੇ ਰਿਕਾਰਡ ਅਪਡੇਟ ਕਰਨਾ ਉਹ ਕਰ ਲੈਣ ਜੀ, ਤਾਂ ਕਿ ਸਿੱਧੀ ਅਦਾਇਗੀ ਹੋ ਸਕੇ। ਪਰ ਇਹਦੇ ਨਾਲ ਜਿਹੜੇ ਹੋਰ ਬਾਕੀ ਵਿਗਾੜ ਪੈਣਗੇ ਉਹਦੇ ਲਈ ਕੌਣ ਜ਼ਿੰਮੇਵਾਰ ਹੋਏਗਾ? ਇਹ ਇੱਕ ਗੰਭੀਰ ਸਮੱਸਿਆ ਹੈਗੀ ਪੰਜਾਬ ਦੀ, ਜਿਹਦੇ ਤੇ ਕਿਸਾਨਾਂ ਨੇ ਜਿਹੜਾ ਕਿਸਾਨ ਅੰਦੋਲਨ ਆ ਉਹਨੇ ਵੀ ਇਸ ਬਾਰੇ ਸੋਚਣਾ ਵੀ ਉਹ ਇਸ ਮੁੱਦੇ ਤੇ ਕਰੇ। ਉਹਨਾਂ ਨੇ ਆਪਣੇ ਅੰਦੋਲਨ ਦਾ ਸ਼ਡਿਊਲ ਐਲਾਨ ਦਿੱਤਾ ਵੀ ਅਸੀਂ ਇੰਨੀ ਤਰੀਕ ਨੂੰ ਆ ਕਰਾਂਗੇ, 5 ਤਰੀਕ ਨੂੰ ਜਿਹੜਾ ਅਸੀਂ FCIਆਂ ਦੇ ਜਿਹੜੇ ਦਫ਼ਤਰ ਆ ਉਹਨਾਂ ਦੇ ਦਫ਼ਤਰਾਂ ਦਾ ਘਿਰਾਓ ਕਰਾਂਗੇ, ਕਿਉਂਕਿ FCI ਨੇ ਨਵੀਆਂ ਸਪੈਸੀਫਿਕੇਸ਼ਨਾਂ ਦਿੱਤੀਆਂ। ਉਸ ਤੋਂ ਬਾਅਦ ਜਿਹੜਾ KMC ਘੇਰਨਾ, KMP ਜੀ ਹਾਂਜੀ, ਉਹ ਜਿਹੜਾ ਘੇਰਿਆ ਜਾਏਗਾ। ਜਿਹੜਾ ਮੇਨ ਰਸਤਾ ਜਿਹੜਾ ਇਧਰੋਂ ਜਿਹੜੀ ਸਾਡਾ ਮੇਨ ਸੜਕ ਜਾਂਦੀ GT ਰੋਡ ਜਿਹਨੂੰ ਅਸੀਂ ਕਹਿੰਦੇ ਆ, ਇਹ ਜਿਹੜੀ ਦੂਜੇ ਪਲਵਲ ਵਾਲੀ ਸਾਈਡ ਤੇ ਉਹਨੂੰ ਰੋਕਦਾ, ਉਹਨੂੰ ਜੋੜਦਾ ਮਤਲਬ ਦੋਨਾਂ ਨੂੰ। ਤੇ ਇਸ ਕਰਕੇ ਉਹ ਰਸਤਾ ਬੰਦ ਕਰਨਾ। ਉਸ ਤੋਂ ਬਾਅਦ 13 ਅਪ੍ਰੈਲ ਨੂੰ ਵਿਸਾਖੀ ਮਨਾਉਣੀ ਆ। ਫਿਰ ਸੰਵਿਧਾਨ ਦਾ ਜਿਹੜੇ ਬਾਨੀ ਨੇ ਡਾਕਟਰ ਭੀਮ ਰਾਓ ਅੰਬੇਦਕਰ, ਉਹਨਾਂ ਦਾ ਜਨਮ ਦਿਨ ਵੱਡੇ ਪੱਧਰ ਤੇ ਮਨਾਇਆ ਜਾਣਾ। ਉਸ ਤੋਂ ਬਾਅਦ ਸੰਸਦ ਦਾ ਘਿਰਾਓ ਕਰਨਾ, ਵਿੱਚ ਕੋਈ ਛੋਟੇ ਮੋਟੇ ਹੋਰ ਪ੍ਰੋਗਰਾਮ ਵੀ ਕੀਤੇ ਜਾਣਗੇ। ਧਰਨੇ ਜਾਰੀ ਨੇ ਵੱਖ-ਵੱਖ ਥਾਵਾਂ ਦੇ ਉੱਪਰ। ਮੇਰਾ ਖਿਆਲ ਪੰਜਾਬ ਦੇ ਵਿੱਚ 70 ਥਾਵਾਂ ਦੇ ਉੱਪਰ ਧਰਨੇ, 75 ਥਾਵਾਂ ਤੇ ਜਾਰੀ ਨੇ। ਉਹ ਤੋਂ ਇਲਾਵਾ ਵੀ ਕਈ ਕਿਸਮ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਕਦੇ ਕਿਸੇ ਥਾਂ ਤੇ ਘਿਰਾਓ ਆ ਜਾਂਦਾ। ਅਜੇ ਜਿਹੜਾ ਮਲੋਟ ਵਾਲਾ ਮਾਮਲਾ ਉਹ ਨਿਬੜਿਆ ਨਹੀਂ, ਉਹਦੇ ਨੂੰ ਗ੍ਰਿਫਤਾਰੀਆਂ ਨੂੰ ਲੈ ਕੇ ਵਿਰੋਧ ਹੱਕ ਦੇ ਵਿੱਚ ਦੋਨੇ ਪਾਸੇ ਕੰਮ ਚੱਲ ਰਿਹਾ। ਸੋ ਇਸ ਤਰੀਕੇ ਦੇ ਕੰਮ ਚੱਲ ਰਹੇ ਨੇ। ਤੇ ਦੂਜੇ ਪਾਸੇ ਗਰਮੀ ਦਾ ਮੌਸਮ ਵੀ ਸ਼ੁਰੂ ਹੋਣ ਵਾਲਾ, ਮਤਲਬ ਐਤਕੀ ਗਰਮੀ ਥੋੜੀ ਲੇਟ ਹੋਈ ਹੈ, ਨਹੀਂ ਤਾਂ ਗਰਮੀ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਆ। ਤੇ ਅੱਜ 1 ਅਪ੍ਰੈਲ ਹੈ, ਅਪ੍ਰੈਲ ਫੂਲ ਵੀ ਕਹਿ ਦਿੰਦੇ ਆ ਤੇ ਇੱਕ ਦੂਜੇ ਨਾਲ ਇਸ ਕਿਸਮ ਦੇ ਮਜ਼ਾਕ ਵੀ ਕੀਤੇ ਜਾਂਦੇ ਇਸ ਦਿਨ ਦੇ ਉੱਪਰ। ਖੈਰ ਐਨੀਹੋ, ਇਹ ਕਿਸਾਨ ਅੰਦੋਲਨ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਨੇ। ਤੇ ਜਿਹੜਾ ਕਣਕ ਨਾ ਖਰੀਦਣ ਦਾ ਜਾਂ ਜੇ ਪੰਜਾਬ ਦੇ ਵਿੱਚੋਂ ਜਿਹੜੇ ਆ ਕੇਂਦਰ ਸਰਕਾਰ ਨੇ ਇਹ ਫੈਸਲਾ ਲੈ ਲਿਆ ਵੀ ਜੇ ਪੰਜਾਬ ਸਿੱਧੇ ਰਸਤੇ ਤੇ ਨਹੀਂ ਆਉਂਦਾ ਤੇ ਇੱਕ CCL ਇਹ ਜਿਹੜੀ ਆ ਹੱਦ ਕਰਜ਼ਾ ਲਿਮਿਟ ਦਿੱਤੀ ਜਾਂਦੀ ਹੁੰਦੀ ਹੈ। ਇਹ 35-40 ਹਜ਼ਾਰ ਕਰੋੜ ਦੀ ਹੁੰਦੀ ਹੈ, ਤਾਂ ਫਿਰ ਲਿਮਿਟ ਵੀ ਰੁਕੇਗੀ ਜੀ। ਲਿਮਿਟ ਵੀ ਕੇਂਦਰ ਸਰਕਾਰ ਦੇ ਕਹਿਣ ਤੇ ਜਿਹੜੀ ਉਹ ਜਾਰੀ ਹੋਣੀ ਹੁੰਦੀ ਹੈ। ਰਿਜ਼ਰਵ ਭਾਵੇਂ ਰਿਜ਼ਰਵ ਬੈਂਕ ਆਫ ਇੰਡੀਆ ਨੇ ਜਾਰੀ ਕਰਨੀ ਹੁੰਦੀ ਹੈ ਤੇ ਉਹ ਅੱਗੇ ਕਿਸੇ ਬੈਂਕ ਦੀ ਜਿਵੇਂ SBI ਆ ਉਹਨੇ ਪੈਸਾ ਦੇਣਾ ਜਾਂਦਾ ਜਾਂ ਕਿਸੇ ਹੋਰ ਨੇ ਦੇਣਾ ਹੁੰਦਾ, ਜਾਂ ਪੰਜਾਬ ਦਾ ਜਿਹੜਾ ਲੀਡ ਬੈਂਕ ਹੋਏਗਾ ਉਹਨੇ ਦੇਣਾ ਹੋਵੇ। ਇਸ ਕਰਕੇ ਜ਼ਿਆਦਾ ਸਮੱਸਿਆਵਾਂ ਆ ਸਕਦੀਆਂ ਨੇ ਜੀ। ਇਸ ਕਰਕੇ ਇਸ ਮਸਲੇ ਦਾ ਹੱਲ ਹੋਣਾ ਚਾਹੀਦਾ। ਪੰਜਾਬ ਸਰਕਾਰ ਨੂੰ ਚਾਹੀਦਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ, ਜਿਹੜੇ ਯਤਨ ਹੋਰ ਪਾਸੇ ਕਰਨੇ ਇਹ ਯਤਨ ਕਰਕੇ ਇਹ ਜਿਹੜੀ ਲਿਮਟ ਹੈ ਇਹਦਾ ਮਾਮਲਾ ਵੀ ਹੱਲ ਕੀਤਾ ਜਾਵੇ। ਉਸ ਦੇ ਨਾਲ ਜਿਹੜਾ ਦੂਜਾ ਮਾਮਲਾ ਵੀ ਡਾਇਰੈਕਟ ਖਰੀਦ ਜਿਹੜੀ ਆ ਅਗਲੇ ਸੀਜ਼ਨ ਤੋਂ ਕਰ ਲਈ ਜਾਵੇ, ਝੋਨੇ ਦੇ ਸੀਜ਼ਨ ਤੋਂ ਹੋ ਜਾਵੇ, ਇਸ ਸੀਜ਼ਨ ਤੋਂ ਨਾ ਹੋਵੇ। ਮਤਲਬ ਇਹਦੇ ਲਈ ਯਤਨ ਕਰਨੇ ਚਾਹੀਦੇ ਤਾਂ ਕਿ ਕਿਸਾਨਾਂ ਦੀ ਜਿਹੜੀ ਜਿਣਸ ਆ ਉਹ ਮੰਡੀਆਂ ਦੇ ਵਿੱਚ ਨਾ ਰੁਲੇ। ਜਿਹੜਾ ਸਰਕਾਰ ਦਾ ਇਹ ਵਾਅਦਾ ਕਿ ਅਸੀਂ ਪਾਈ ਕੱਲਾ ਦਾਣਾ ਖਰੀਦਾਂਗੇ, ਉਹ ਤਾਂ ਹੀ ਸੰਭਵ ਹੋਏਗਾ ਜੇ ਸਮੂਥ ਜਿਹੜੀ ਖਰੀਦ ਜਾਰੀ ਹੋਏਗੀ। ਇਸ ਕਰਕੇ ਇਹਦਾ ਅਲਟਰਨੇਟਿਵ ਕੀ ਹੋ ਸਕਦਾ? ਪੰਜਾਬ ਸਰਕਾਰ
ਇੰਨਾ ਅਨਾਜ ਇਕੱਠਾ ਕਰ ਸਕਦੀ ਜਾਂ ਨਹੀਂ ਕਰ ਸਕਦੀ। ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਇਸ ਗੱਲ ਦਾ ਕ੍ਰਾਈਸਿਸ ਆ ਕਿ ਇਹਦੇ ਜਿਹੜੇ ਗੋਦਾਮ ਆ ਉਹ ਖਾਲੀ ਨਹੀਂ ਹੋ ਰਹੇ, ਉਹਨਾਂ ਦੇ ਵਿੱਚ ਝੋਨਾ ਅਜੇ ਵੀ ਪਿਆ, ਪਿਛਲੀ ਕਣਕ ਵੀ ਪਈ ਆ। ਇਹੋ ਜਿਹੀਆਂ ਸਮੱਸਿਆਵਾਂ ਹੈਗੀਆਂ ਤੇ ਇਹ ਜਿਹੜੀ ਮੁੱਖ ਸਮੱਸਿਆ, ਇਹਦਾ ਹੱਲ ਕਰਨਾ ਚਾਹੀਦਾ। ਇਹਦਾ ਹੱਲ ਕੀਤੇ ਬਿਨਾਂ ਅੱਗੇ ਨਹੀਂ ਵਧਿਆ ਜਾ ਸਕਦਾ। ਇਹਦੇ ਬਾਰੇ ਜਿਹੜਾ ਪੰਜਾਬ ਸਰਕਾਰ ਨੂੰ ਜਿਹੜੀ ਅੱਜ ਮੀਟਿੰਗ ਕਰ ਰਹੀ ਹੈ ਉਹਨੂੰ ਗੰਭੀਰਤਾ ਨਾਲ ਕਦਮ ਚੁੱਕਣੇ ਚਾਹੀਦੇ ਤੇ ਕੇਂਦਰ ਸਰਕਾਰ ਨਾਲ ਜਿਹੜਾ ਕਿਸੇ ਢੰਗ ਨਾਲ ਇਸ ਮਸਲੇ ਦਾ ਹੱਲ ਕੀਤਾ ਜਾਣਾ ਚਾਹੀਦਾ। ਜੰਮੂ ਜੀ, ਪਰ ਕੇਂਦਰ ਸਰਕਾਰ ਦੀ ਤਾਂ ਇਹ ਦਲੀਲ ਹੈ ਕਿ ਅਸੀਂ ਪੰਜਾਬ ਦੇ ਨਾਲ ਹੋਰ ਸੂਬਿਆਂ ਨੂੰ ਵੀ ਇਹ ਆਦੇਸ਼ ਦਿੱਤੇ ਸੀ ਕਿ ਸਿੱਧੀ ਅਦਾਇਗੀ ਦੀ। ਉਹਦੇ ਵਿੱਚ ਹਰਿਆਣੇ ਦੀ ਜੇ ਆਪਾਂ ਉਦਾਹਰਨ ਲੈ ਲਈਏ, ਹਰਿਆਣੇ ਵੱਲੋਂ ਮੁਕੰਮਲ ਤਿਆਰੀ ਕਰ ਲਈ ਗਈ ਹੈ ਸਿੱਧੀ ਅਦਾਇਗੀ ਦੀ। ਹਰਿਆਣਾ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਅਸੀਂ ਆੜ੍ਹਤੀਆਂ ਨੂੰ ਜਿਹੜਾ ਆਪਣੇ ਵੱਲੋਂ ਕਮਿਸ਼ਨ ਆ ਉਹ ਦਿੱਤਾ ਜਾਵੇਗਾ। ਤੇ ਇਹ ਵੀ ਇੱਕ ਉਹਨਾਂ ਦੇ ਸਵਾਲ ਹੈ ਪੰਜਾਬ ਸਰਕਾਰ ਨੂੰ ਵੀ ਅਣਗਹਿਲੀ ਵਰਤੀ ਹੈ। 2018 ਤੋਂ ਆਦੇਸ਼ ਦਿੱਤੇ ਗਏ ਨੇ, ਪੰਜਾਬ ਸਰਕਾਰ ਇੰਨੇ ਸਮੇਂ ਦੇ ਕੀ ਕਰ ਰਹੀ ਸੀ ਕਿ 6 ਮਹੀਨਾ ਜਿਹੜਾ ਹੁਣ ਹੋਰ ਮੰਗ ਰਹੀ ਹੈ। ਦੇਖੋ, ਜਿਹੜਾ ਹਰਿਆਣਾ ਸਰਕਾਰ ਨੇ ਕਿਹਾ ਵੀ ਅਸੀਂ ਆਪਣੇ ਕੋਲੋਂ ਪੈਸੇ ਦੇਵਾਂਗੇ ਜੀ, ਆਪਣੇ ਕੋਲੋਂ ਪੈਸੇ ਕਦੇ ਲਈ ਦੇਣਗੇ? ਉਹਦਾ ਲੌਜਿਕ ਹੋਣਾ ਚਾਹੀਦਾ ਨਾ। ਜੇ ਕਿਸਾਨਾਂ ਨੂੰ ਡਾਇਰੈਕਟ ਪੇਮੈਂਟ ਹੋ ਜਾਂਦੀ ਹੈ ਤਾਂ ਫੇਰ ਕਿਵੇਂ ਦਿੱਤੇ ਜਾਣਗੇ? ਇਹੀ ਹੋ ਸਕਦਾ ਨਾ ਵੀ ਮੰਡੀ ਦਾ ਫੜ ਵਰਤਿਆ ਕਿਸਾਨ ਨੇ, ਕਣਕ ਸੁੱਟੀ ਆ ਤੇ ਉਹਦੇ ਬਦਲੇ ਪੈਸੇ ਦਿੱਤੇ ਜਾਣਗੇ। ਜਦੋਂ ਉਹਦੇ ਚ ਤਲਾਈ ਦਾ ਜਾਂ ਕੋਈ ਹੋਰ ਹਿਸਾਬ ਕਿਤਾਬ ਹੀ ਨਹੀਂ ਆੜ੍ਹਤੀਏ ਕੋਲ ਰਹਿਣਾ ਤੇ ਉਹਨੂੰ ਜਿਹੜਾ ਕਮਿਸ਼ਨ ਹੈ ਜਿਹੜਾ 2.5% ਮਿਲਦਾ ਹੈ, 1 ਕੁਆਂਟਲ ਦਾ 12 ਰੁਪਏ ਮਿਲਦੇ ਆ ਜਾਂ ਵੱਧ ਮਿਲਦੇ, ਉਹ ਕਿੱਥੋਂ ਮਿਲੂਗਾ? ਠੀਕ ਆ, ਉਹਨਾਂ ਨੇ ਇੱਕ ਵੇ ਆਊਟ ਦਾ ਯਤਨ ਕੀਤਾ ਹੈ। ਇਹ ਵੇ ਆਊਟ ਕਿੰਨਾ ਕਾਰਗਰ ਰਹੇਗਾ, ਕਿੰਨਾ ਪੈਸਾ ਬਣੇਗਾ, ਇੱਕ ਵੱਡਾ ਸਵਾਲ ਹੈਗਾ। ਹਰਿਆਣੇ ਨੇ ਕਿਉਂਕਿ ਪੰਜਾਬ ਨੂੰ ਇਸ ਮੁੱਦੇ ਤੇ ਫੇਲ ਕਰਨਾ ਹੈ, ਮਤਲਬ ਇਸ ਤਰੀਕੇ ਦਾ ਯਤਨ ਹੈ ਕੇਂਦਰ ਸਰਕਾਰ ਨਾਲ ਮਿਲ ਮਿਲਾ ਕੇ, ਤਾਂ ਇਸ ਮਾਮਲੇ ਦਾ ਹੱਲ ਕੋਈ ਹੋਰ ਨਿਕਲਣਾ ਚਾਹੀਦਾ। ਹਰਿਆਣੇ ਨੇ ਠੀਕ ਹੈ ਪਹਿਲ ਕਦਮੀ ਲਈ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਵੀ ਇਵੇਂ ਇਸ ਤਰ੍ਹਾਂ ਦੀ ਪਹਿਲ ਕਦਮੀ ਲੈਣ ਦੇ ਸਥਿਤੀ ਦੇ ਵਿੱਚ ਹੈਗਾ। ਪੰਜਾਬ ਦੀ ਵਿੱਤੀ ਸਥਿਤੀ ਪਹਿਲਾਂ ਹੀ ਖਰਾਬ ਹੈ। ਬਦਲ ਸਾਡਾ ਜਿਹੜਾ ਬਜਟ ਦਾ ਵੱਡਾ ਹਿੱਸਾ ਜਿਹੜਾ ਤਕਰੀਬਨ 90% ਉਹ ਕਮਿਟਡ ਜਿਹੜੇ ਸਾਡੇ ਖਰਚੇ ਉਹਨਾਂ ਤੇ ਹੀ ਨਿਕਲ ਜਾਂਦਾ। ਸਾਡੇ ਕੋਲ ਜਿਹੜਾ ਵਿਕਾਸ ਲਈ ਜਿਹੜਾ ਉਹ 7,000 ਕਰੋੜ ਰੁਪਈਆ ਬਚਦਾ, 8,000 ਕਰੋੜ ਰੁਪਈਆ, ਉਹਦੇ ਨਾਲ ਕਿੰਨਾ ਕੁ ਵਿਕਾਸ ਹੋਏਗਾ? ਬਾਕੀ ਤਾਂ ਲੈਣਦਾਰੀਆਂ ਦੇ ਵਿੱਚ, ਵਿਆਜ ਦੇ ਰੂਪ ਦੇ ਵਿੱਚ, ਮਤਲਬ ਤਨਖਾਹ ਤੇ ਪੈਨਸ਼ਨਾਂ ਦੇ ਰੂਪ ਦੇ ਵਿੱਚ ਹੀ ਨਿਕਲ ਜਾਣਾ। ਇਸ ਕਰਕੇ ਹਰਿਆਣਾ ਇਹ ਕਰ ਸਕਦਾ, ਪੰਜਾਬ ਇਹ ਨਹੀਂ ਕਰ ਸਕਦਾ। ਇਹ ਜਿਹੜੀ ਗੱਲ ਹੈ ਇਹ ਮੈਂ ਮੁੜ ਕੇ ਕਹਿਣਾ ਚਾਹੁੰਦਾ ਕਿ ਇਹ ਕੇਂਦਰ ਸਰਕਾਰ ਨੂੰ ਵੀ ਇਹਦੇ ਉੱਪਰ ਕੋਈ ਸੌਫਟ ਵਤੀਰਾ ਅਪਣਾਉਣਾ ਚਾਹੀਦਾ ਤੇ ਪੰਜਾਬ ਸਰਕਾਰ ਨੂੰ ਯਤਨ ਕਰਨਾ ਚਾਹੀਦਾ ਕਿ ਮਾਮਲਾ ਨਿਪਟ ਜਾਏ। ਜੇ ਮਾਮਲਾ ਨਿਪਟਦਾ ਨਹੀਂ, ਪੰਜਾਬ ਲਈ ਬੜੀ ਵੱਡੀ ਮੁਸ਼ਕਲ ਹੋਏਗੀ। ਜੰਮੂ ਜੀ, ਪੰਜਾਬ ਸਰਕਾਰ ਤੇ ਇਹ ਵੀ ਸਵਾਲ ਬਣਦਾ ਕਿ 2018 ਤੋਂ ਇਹ ਅਪੀਲ ਕੀਤੀ ਗਈ ਆ, ਜਿਹੜੇ ਫਰਮਾਨ ਜਾਰੀ ਕੀਤੇ ਗਏ ਸੀ, ਇੰਨਾ ਸਮਾਂ ਅਣਗੌਲਿਆ ਕਿਉਂ ਕੀਤਾ ਗਿਆ? ਦੂਸਰਾ ਸਵਾਲ ਇਹ ਵੀ ਬਣਦਾ ਹੈ, ਜੇਕਰ ਕੇਂਦਰ ਸਰਕਾਰ ਆਪਣੇ ਫਰਮਾਨ ਜਾਰੀ ਰੱਖਦੀ ਹੈ, ਆਪਣਾ ਰਵੱਈਆ ਜਿਹੜਾ ਅੜੀਆ ਜਾਰੀ ਰੱਖਦੀ ਹੈ, ਕੀ ਪੰਜਾਬ ਸਰਕਾਰ ਕਾਨੂੰਨੀ ਪ੍ਰਕਿਰਿਆ ਦਾ ਰਾਹ ਚੁਣੇਗਾ? ਇਹਦੇ ਤੇ ਉੱਪਰ ਕਹਿਣਾ ਕਾਫੀ ਮੁਸ਼ਕਲ ਹੈ ਜੀ। ਪੰਜਾਬ ਸਰਕਾਰ ਸੁਪਰੀਮ ਕੋਰਟ ਦਾ ਵੀ ਰੁਖ ਕਰ ਸਕਦੀ ਹੈ, ਹਾਈ ਕੋਰਟ ਦਾ ਵੀ ਰੁਖ ਕਰ ਸਕਦੀ ਹੈ। ਮਤਲਬ ਇਹਦੇ ਤੇ ਹੋਏਗਾ ਕੀ ਜੀ? ਮਤਲਬ ਇਹ ਬੜਾ ਔਖਾ ਮਾਮਲਾ ਹੈਗਾ। ਕੇਂਦਰ ਸਰਕਾਰ ਤਾਂ ਠੀਕ, ਪੰਜਾਬ ਸਰਕਾਰ ਚਲੇਗੀ, ਵਧੇਗੀ, ਅੱਗੇ ਯਤਨ ਕਰੇਗੀ, ਧਰਨੇ ਦੇ ਸਕਦੀ ਹੈ, ਸੜਕਾਂ ਰੋਕੀਆਂ ਜਾ ਸਕਦੀਆਂ, ਪਰ ਇਹ ਕੋਈ ਹੱਲ ਨਹੀਂ ਹੋਏਗਾ। ਕਿਸਾਨ ਦੀ ਜਿਣਸ ਮੰਡੀ ਦੇ ਵਿੱਚ ਪਈ ਹੋਏਗੀ। ਇਹ ਹੋਏਗਾ ਪੰਜਾਬ ਦੇ ਵਿੱਚ ਜਿਹੜਾ ਲੋਕਾਂ ਦੇ ਵਿੱਚ, ਖਾਸ ਕਰਕੇ ਕਿਸਾਨਾਂ ਦੇ ਵਿੱਚ ਰੋਸ, ਗੁੱਸਾ, ਆਕਰੋਸ਼ ਹੋਰ ਵਧੇਗਾ ਜੀ। ਇਹ ਜਿਹੜਾ ਇਹ ਆਪੇ ਤੋਂ ਬਾਹਰ ਨਾ ਹੋ ਜਾਵੇ, ਇਸ ਕਰਕੇ ਪੰਜਾਬ ਬਾਰਡਰ ਸਟੇਟ ਹੈ, ਇਹਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ ਫੈਸਲਾ ਕਰਦੇ ਸਮੇਂ, ਤੇ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਇਸ ਮੁੱਦੇ ਤੇ ਠੀਕ ਤਰ੍ਹਾਂ ਦਾ ਹੱਲ ਕੱਢਿਆ ਜਾਵੇ, ਪੰਜਾਬ ਦੇ ਕਿਸਾਨਾਂ ਨੂੰ ਹੋਰ ਸੰਕਟ ਦੇ ਵਿੱਚ ਨਾ ਪਾਇਆ ਜਾਵੇ। ਪਹਿਲਾਂ 3 ਖੇਤੀ ਕਾਨੂੰਨਾਂ ਕਰਕੇ ਪੰਜਾਬ ਦੇ ਕਿਸਾਨ, ਪੰਜਾਬ ਦੇ ਆਮ ਲੋਕ ਬਹੁਤ ਦੁਖੀ ਨੇ ਤੇ ਫਿਰ ਇਹ ਦੁੱਖ ਤੋਂ ਅੱਗੇ ਕੰਮ ਵਧੇਗਾ, ਇਹਦਾ ਨੁਕਸਾਨ ਹੋਏਗਾ ਜੀ। ਪਰ ਜੰਮੂ ਜੀ, ਹਰਿਆਣਾ ਸਰਕਾਰ ਨੇ ਇਹ ਵੀ ਜਿਹੜਾ ਫਰਮਾਨ ਕਿਹਾ ਗਿਆ ਕਿ 72 ਘੰਟਿਆਂ ਦੇ ਵਿੱਚ ਸਿੱਧੀ ਅਦਾਇਗੀ ਹੋਵੇਗੀ ਜੀ। ਪਹਿਲਾਂ 48 ਘੰਟੇ 'ਚ ਕਹਿੰਦੇ ਸੀ, ਹੁਣ 72 ਘੰਟੇ 'ਚ ਕਹਿੰਦਾ। ਇਹ ਕਹਿਣਾ ਹੁੰਦਾ, ਅਦਾਇਗੀ ਨੂੰ 4-5 ਦਿਨ ਆਮ ਤੌਰ ਤੇ ਲੱਗਦੇ, ਕਈ ਵਾਰੀ ਜ਼ਿਆਦਾ ਵੀ ਲੱਗ ਜਾਂਦੇ ਜੀ। ਇਹ ਠੀਕ ਆ, ਜਿਹੜੀ 72 ਘੰਟਿਆਂ ਦੇ ਅੰਦਰ ਅੰਦਰ ਅਦਾਇਗੀ ਕੀਤੀ ਜਾਣੀ ਚਾਹੀਦੀ ਹੈ। ਕਈ ਥਾਵਾਂ ਤੇ ਇਹ ਹੁੰਦਾ ਵੀ ਕਈ ਦਿਨ, ਮਹੀਨਾ ਨਹੀਂ ਅਦਾਇਗੀ ਕੀਤੀ ਜਾਂਦੀ, ਜਿਹੜਾ ਉਹ ਪੈਸਾ ਉਹਨੂੰ ਅੱਗੇ ਉਹਦੇ ਤੋਂ ਵਿਆਜ ਲਿਆ ਜਾਂਦਾ। ਇਹੋ ਜਿਹੀਆਂ ਸਮੱਸਿਆਵਾਂ ਹੈਗੀਆਂ, ਪਰ ਕਿਸਾਨ ਨੂੰ ਜੇ ਡਾਇਰੈਕਟ ਹੋਊਗੀ ਤਾਂ ਫਿਰ 72 ਘੰਟਿਆਂ ਦੀ ਅਦਾਇਗੀ ਕਰਨ ਦਾ ਕੀ ਮਾਮਲਾ ਰਹਿ ਗਿਆ? ਫਿਰ ਤਾਂ ਨਾਲੋਂ ਨਾਲ ਹੀ ਹੋਣੀ ਚਾਹੀਦੀ ਹੈ ਨਾ। ਇੱਕ ਪਾਸੇ ਫਸਲ ਵੇਚੀ ਗਈ, ਦੂਜੇ ਪਾਸੇ ਪੈਸਾ ਆਉਣਾ ਚਾਹੀਦਾ। ਇਹ ਤਾਂ ਬੜਾ ਸਿੱਧਾ ਜਿਹਾ ਲੌਜਿਕ ਹੈਗਾ।
ਤੇ ਠੀਕ ਆ 72 ਘੰਟਿਆਂ ਦੇ ਵਿੱਚ ਕਿਸਾਨਾਂ ਨੂੰ ਅਦਾਇਗੀ ਹੋ ਜਾਣੀ ਚਾਹੀਦੀ। ਜੇ 48 ਚ ਪਹਿਲਾਂ ਹੁੰਦੀ ਸੀ 48 ਚ ਹੋਣੀ ਚਾਹੀਦੀ, 72 ਦੀ ਕੀ ਲੋੜ ਹੈਗੀ। ਸੋ ਇਸ ਕਰਕੇ ਕਿਸਾਨਾਂ ਨੂੰ ਫੌਰੀ ਜਿਹੜੀ ਅਦਾਇਗੀ ਜਿਹੜੇ ਜੋ ਕੁਝ ਵੇਚਦੇ ਆ ਉਹਦੀ ਹੋਣੀ ਚਾਹੀਦੀ ਹੈ ਜੀ। ਜੰਮੂ ਜੀ, ਇਹਦੇ ਨਾਲ ਪੰਜਾਬ ਦੇ ਵਿੱਚ ਵੀ ਇਹ ਮੰਗ ਉੱਠ ਰਹੀ ਹੈ ਕਿ ਜਿਹੜੀ ਕਣਕ ਦੀ ਖਰੀਦ 10 ਅਪ੍ਰੈਲ ਦਾ ਸਮਾਂ ਨਿਸ਼ਚਿਤ ਕੀਤਾ ਗਿਆ, ਉਸ ਤੋਂ ਪਹਿਲਾਂ ਜਿਹੜੀ ਤੁਰੰਤ ਜਿਹੜੀ ਖਰੀਦ ਉਹ ਕਰਨੀ ਚਾਹੀਦੀ ਹੈ ਜੀ, ਕਿਉਂਕਿ ਹਰਿਆਣੇ ਦੇ ਵਿੱਚ ਇਹ ਪ੍ਰਕਿਰਿਆ ਸ਼ੁਰੂ ਹੋਣ ਵਾਲੀ ਹੈ ਜੀ। ਦੇਖੋ ਅੱਜ ਪਹਿਲੀ ਹੋ ਗਈ, ਪਹਿਲੀ ਤੋਂ ਪਹਿਲਾਂ ਹੁੰਦੀ ਸੀ। ਇਸ ਵਾਰੀ ਮੌਸਮ ਜਿਹੜਾ ਉਹਦੇ 'ਚ ਨਮੀ ਰਹੀ ਆ, ਮੌਸਮ ਜਿਹੜਾ ਠੰਡਾ ਰਿਹਾ ਜੀ, ਇਸ ਕਰਕੇ ਪਹਿਲੀ ਨੂੰ ਕਿਸੇ ਮੰਡੀਆਂ ਦੇ ਵਿੱਚ ਕਣਕ ਆਉਣੀ ਨਹੀਂ ਗਈ। ਇਸ ਕਰਕੇ ਪਹਿਲੀ ਨੂੰ ਕਰਦੇ ਸੀ, ਇਸ ਕਰਕੇ ਪਹਿਲੀ ਨੂੰ ਕਰ ਲਓ, ਇਹਦਾ ਕੋਈ ਫਾਇਦਾ ਨਹੀਂ ਹੋਣ ਲੱਗਾ ਜੀ। ਇਸ ਕਰਕੇ ਖਰੀਦ ਦੇ ਪ੍ਰਬੰਧ ਜਿਹੜੇ ਆ ਉਹ ਕਰਨੇ ਚਾਹੀਦੇ ਆ ਤਾਂ ਕਿ ਕਣਕ ਖਰੀਦੀ ਜਾ ਸਕੇ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਜੀ। ਬਲ ਸਾਹਿਬ ਤੁਹਾਨੂੰ ਤੇ ਜੰਮੂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ ਗਿੱਲ ਸਾਹਿਬ, ਜਿਹੜੀ ਗੱਲ ਕਰ ਰਹੇ ਆ ਅਦਾਇਗੀ ਦੀ, ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਆ, ਸੈਂਟਰ 'ਚ ਹੈਗੀ ਆ ਬੀਜੇਪੀ ਦੀ ਜੀ। ਇਹਦਾ ਬੜਾ ਫਰਕ ਆ, ਕਿਉਂਕਿ ਉਹਨਾਂ ਨੇ ਸੈਂਟਰ ਨੇ ਉਹ ਕੰਮ ਕਰਨਾ ਜਿਹੜਾ ਉਹਨਾਂ ਦੇ ਅਨੁਕੂਲ ਨਾ ਹੋਵੇ। ਹਰਿਆਣੇ ਦੀ ਸਰਕਾਰ ਜਿਹੜੀ ਹੈਗੀ ਆ ਉਹ ਪਹਿਲੋਂ 48 ਘੰਟੇ ਕਹਿੰਦੀ, ਹੁਣ 72 ਘੰਟੇ ਕਹਿੰਦੀ ਆ ਜੀ। ਸਿਰਫ ਕਿਸਾਨਾਂ ਨੂੰ ਸਬਕ ਸਿਖਾਉਣ ਦੀ ਗੱਲ ਆ ਇਹ। ਇੱਕ ਪਾਸੇ ਸੈਂਟਰ ਸਰਕਾਰ ਕਹਿੰਦੀ ਕਿ ਅਸੀਂ 18 ਦੇ ਵਿੱਚ ਇਹਨਾਂ ਨੂੰ ਸਾਰਾ ਹਿਸਾਬ ਕਿਤਾਬ ਦਿਓ। ਦੂਜੇ ਪਾਸੇ ਕਿਸਾਨ ਉੱਥੇ ਬੈਠੇ ਆ, ਸੈਂਟਰ ਸਰਕਾਰ ਨੇ ਇੱਕ ਵਾਰੀ ਵੀ ਗੱਲ ਨਹੀਂ ਉਹਨਾਂ ਨਾਲ ਕੀਤੀ ਜੀ। ਸੈਂਟਰ ਸਰਕਾਰ ਦਾ ਵੀ ਫਰਜ਼ ਬਣਦਾ ਨਾ, ਜਦੋਂ ਤੁਸੀਂ ਕਿਸੇ ਦੀ ਮੰਗ ਨੂੰ ਫਸਾਉਂਦੇ ਆ, ਉੱਥੇ ਦੇ ਲੋਕਾਂ ਦੇ ਜਿਹੜੇ ਜਜ਼ਬਾਤ ਆ ਉਹ ਸਰਕਾਰ ਤੇ ਦਬਾਅ ਪਾਉਂਦੇ ਆ। ਜਿਹੜੀ ਹੁਣ ਮੇਨ ਮੁੱਦਾ ਇਹ ਹੈਗਾ ਕਿ ਸੈਂਟਰ ਦਿੱਲੀ ਦੇ ਵਿੱਚ ਕਿਸਾਨ ਬੈਠੇ ਆ, ਉਹਨਾਂ ਦੀ ਗੱਲ ਨਹੀਂ ਸੁਣੀ ਗਈ ਜੀ। ਪੰਜਾਬ ਸਰਕਾਰ ਨੂੰ ਬਲੇਮ ਕਰ ਰਹੇ ਆ ਕਿ ਤੁਸੀਂ 18 ਦਾ ਹਿਸਾਬ ਕਿਤਾਬ ਨਹੀਂ ਤੁਹਾਨੂੰ ਕਿਹਾ ਆ, ਉਹ ਹਿਸਾਬ ਕਿਤਾਬ ਨਹੀਂ ਦਿੱਤਾ। ਜਦੋਂ ਆਪ ਨਹੀਂ ਕਿਸੇ ਨਹੀਂ ਹਿਸਾਬ ਕਿਤਾਬ ਦੀ ਨਹੀਂ ਜੀ ਗੱਲ, ਇਹ ਹੋ ਰਹੀ ਆ ਵੀ ਤੁਸੀਂ ਜਿਹੜੀ ਅਸੀਂ ਕੇਂਦਰ ਸਰਕਾਰ ਨੇ ਕਿਹਾ ਵੀ ਅਸੀਂ ਕਿਸਾਨਾਂ ਨੂੰ ਝੋਨੇ ਤੇ ਕਣਕ ਦੀ ਸਿੱਧੀ ਅਦਾਇਗੀ ਕਰਨਾ ਚਾਹੁੰਦੇ ਆ, ਉਹਦਾ ਰਿਕਾਰਡ ਜਿਹੜਾ ਤੁਸੀਂ ਪੋਰਟਲ ਦੇ ਉੱਪਰ ਅਪਡੇਟ ਕਰੋ। ਉਹਨਾਂ ਦੀਆਂ ਫਰਦਾਂ ਜਿਹੜੀਆਂ ਜ਼ਮੀਨ ਨਾਲ ਕਿਹਦੇ ਨਾਂ ਕਿਹਦੀ ਮਾਲਕੀ ਆ ਉਹਨੂੰ ਅਪਲੋਡ ਕਰੋ। ਉਹਦੇ ਤੇ ਸਾਡੇ ਕੋਲ ਰਿਕਾਰਡ ਹੋਏਗਾ, ਜਿਹੜਾ ਕਿਸਾਨ ਜਿੰਨੀ ਕਣਕ ਵੇਚੇਗਾ ਉਹਦੀ ਅਦਾਇਗੀ ਅਸੀਂ ਉਹਦੇ ਸਿੱਧੇ ਖਾਤੇ 'ਚ ਕਰ ਦਿਆਂਗੇ। ਇੱਕ ਤਾਂ ਜਿਨ੍ਹਾਂ ਨੇ ਹਿੱਸੇ ਤੇ ਦਿੱਤੀ ਹੋਈ, ਬਟਾਈ ਤੇ ਦਿੱਤੀ ਹੋਈ ਆ ਜਾਂ ਠੇਕੇ ਤੇ ਦਿੱਤੀ ਹੈ, ਉਹਨਾਂ ਦਾ ਇੱਕ ਵੱਖਰਾ ਰਿਕਾਰਡ ਬਣਨਾ ਹੈ, ਤੇ ਦੂਜੇ ਜਿਹੜੇ ਕਿਸਾਨ ਆਪ ਆਉਂਦੇ ਉਹਨਾਂ ਦਾ ਵੱਖਰਾ ਰਿਕਾਰਡ ਬਣਨਾ। ਤੇ ਇਹ ਰਿਕਾਰਡ ਪੰਜਾਬ ਸਰਕਾਰ ਨੇ ਅਜੇ ਤੱਕ ਜਿਹੜਾ ਪੋਰਟਲ ਆ ਉਹਦੇ ਤੇ ਅਪਲੋਡ ਨਹੀਂ ਕੀਤਾ। ਤੇ ਪੰਜਾਬ ਨੇ ਇਸ ਦੇ ਲਈ 6 ਮਹੀਨਿਆਂ ਦਾ ਸਮਾਂ ਮੰਗਿਆ ਵੀ ਸਾਨੂੰ 6 ਮਹੀਨਿਆਂ ਦਾ ਸਮਾਂ ਹੋਰ ਦਿਓ ਤਾਂ ਕਿ ਅਸੀਂ ਉਹ ਰਿਕਾਰਡ ਜਿਹੜਾ ਅਪਲੋਡ ਕਰ ਦਈਏ, ਪਰ ਕੇਂਦਰ ਸਰਕਾਰ ਨੇ ਇਹਦੇ ਤੋਂ ਮਨਾ ਕਰ ਦਿੱਤਾ। ਉਹਨਾਂ ਕਿਹਾ ਵੀ ਤੁਸੀਂ ਜਾਣਬੁੱਝ ਕੇ ਅਪਲੋਡ ਨਹੀਂ ਕਰਦੇ। ਦੇਖੋ ਜੰਮੂ ਸਾਹਿਬ, ਇਹਨਾਂ ਨੇ ਪਹਿਲੋਂ ਪਟਵਾਰੀ ਜਿਹੜੇ ਪਟਵਾਰੀਆਂ ਦਾ ਖਾਤਾ ਸੀਗਾ ਉਹ ਕੰਪਿਊਟਰਾਈਜ਼ ਕੀਤਾ ਸੀ। ਕੰਪਿਊਟਰਾਈਜ਼ ਕਰਨ ਨੂੰ ਉਹਨੂੰ ਬਹੁਤ ਟਾਈਮ ਲੱਗਾ ਸੀ, ਬਹੁਤ ਟਾਈਮ ਲੱਗਾ। 12,000 12,500 ਪਿੰਡ ਆ। ਹਾਂਜੀ ਹਾਂਜੀ। ਉਸ ਪਿੰਡ ਦੀ ਸਾਰੀ ਜਾਇਦਾਦ ਦਾ ਪੜਚੋਲ ਕਰਨੀ, ਹੋਰ ਬੜੇ ਉਹਦੇ ਦੇ ਖਾਤੇ ਠੇਕੇ ਤੇ ਕਿਹਨੂੰ ਦਿੱਤੀ ਆ, ਕਿਹਦੀ ਜਾਇਦਾਦ ਆ, ਸਾਰੇ ਚੀਜ਼ਾਂ ਜਿਹੜੀਆਂ ਬਣਾਉਣੀਆਂ ਹੁੰਦੀਆਂ ਬੜੀ ਕੰਪਿਊਟਰਾਈਜ਼ ਕਰਕੇ ਹਿਸਾਬ ਕਿਤਾਬ ਦੇਣਾ। ਜਾਂ ਤਾਂ ਸਰਕਾਰ ਇੱਧਰ ਦਿਲਚਸਪੀ ਦੇਵੇ ਕਿ ਬਾਕੀ ਕੰਮ ਛੱਡ ਕੇ ਇੱਧਰ ਲੱਗੇ, ਪਰ ਕੁਝ ਕੰਮਾਂ 'ਚ ਦੇਰੀ ਹੋ ਜਾਂਦੀ ਹੈ। ਜੇ ਸਰਕਾਰ ਸੁਹਿਰਦੇ ਆ ਤੇ ਉਹਨੂੰ 6 ਮਹੀਨੇ ਦੇਣ ਦੇ ਨਾਲ ਕਿਹੜਾ ਉੱਤੇ ਫਰਕ ਪੈ ਜਾਣਾ, ਜਿੱਥੇ ਅੱਗੇ ਇੰਨੇ ਸਾਲ ਨਿਕਲ ਗਏ। ਹਾਂਜੀ ਹਾਂਜੀ, ਕੋਈ ਫਰਕ ਨਹੀਂ ਪੈਂਦਾ ਜੀ, ਉਹਦੇ ਨਾਲ ਫਰਕ ਨਹੀਂ ਪੈਂਦਾ। ਗੱਲ ਇਹ ਹੁੰਦੀ ਆ ਕਿ ਜਦੋਂ ਤੁਸੀਂ ਕਿਸੇ ਕਾਨੂੰਨ ਨੂੰ ਉਹਦੇ ਨਾਲ ਤੁਹਾਡੀ ਸਹਿਮਤੀ ਹੋਣੀ ਬਹੁਤ ਜ਼ਰੂਰੀ ਆ ਜੀ। ਦੋਨਾਂ ਸਰਕਾਰਾਂ ਦੀ ਸਹਿਮਤੀ ਹੋਣੀ ਬਹੁਤ ਜ਼ਰੂਰੀ ਆ। ਲੋਕਾਂ ਨੂੰ ਬਣਨੀ ਆ ਉਹ ਹੋਣੇ ਆ ਕਿ ਜਿਹੜੀ ਅਦਾਇਗੀ ਉਹ ਨਹੀਂ ਹੋਣੀ। ਫਸਲਾਂ ਜਿਹੜੀਆਂ ਕਰਕੇ ਮੰਡੀਆਂ ਜਾ ਜਾਂਦੀਆਂ, ਕਣਕਾਂ ਦੀ ਤਲਾਈ ਨਹੀਂ ਹੋਣੀ, ਬਾਰਦਾਨਾ ਨਹੀਂ ਮਿਲਣਾ ਜੀ। ਇਹਨਾਂ ਦਾ ਕਿਸਾਨਾਂ ਦੇ ਉੱਤੇ ਸਾਰਾ ਬੋਝ ਪੈਣਾ, ਜਿੰਨਾ ਕਿਸਾਨਾਂ ਨੂੰ ਵੱਧ ਤੋਂ ਵੱਧ ਹਰਾਸਮੈਂਟ ਮਿਲਣੀ ਹੈ ਉਹ ਕਿਸੇ ਹੋਰ ਨੂੰ ਦੁੱਖ ਨਹੀਂ ਹੋਣਾ, ਸਿਰਫ ਕਿਸਾਨਾਂ ਨੂੰ ਹੋਣਾ ਜੀ। ਇਹਦੇ ਲਈ
ਮੈਂ ਤੁਹਾਨੂੰ ਚੰਦ ਕੁ ਲਾਈਨਾਂ ਸੁਣਨ ਲੱਗਾ ਜੀ ਗਿੱਲ ਸਾਹਿਬ। ਨਸ਼ਿਆਂ ਨੇ ਖਾ ਲਿਆ ਜਵਾਨ ਸਾਡੇ ਦੇਸ਼ ਦਾ ਜੀ। ਕਰਜ਼ੇ ਨੇ ਖਾ ਲਿਆ ਕਿਸਾਨ, ਚੌਧਰਾਂ ਨੇ ਖਾ ਲਿਆ ਰਾਖੇ ਸਾਡੀ ਕੌਮ ਦੇ, ਕੁਰਸੀ ਨੇ ਖਾ ਲਿਆ ਈਮਾਨ, ਸਾਧਾਂ ਨੇ ਰੋੜ ਦਿੱਤੀ ਰਹਿਤ ਮਰਿਆਦਾ, ਪੱਲੇ ਰਹਿ ਗਿਆ ਜਕਾਰਾ ਸਾਡੇ ਲਾਉਣਾ, ਛੱਡ ਦਿਓ ਹਉਮੈ ਹੰਕਾਰ ਵੀਰੋ ਜੇ ਤੁਸੀਂ ਪੰਜਾਬ ਨੂੰ ਬਚਾਉਣਾ। ਜੀ ਵਾਹ। ਚਾਰੇ ਪਾਸੇ ਝੂਠ ਤੇ ਫਰੇਬ ਪਿਆ ਘੁੰਮਦਾ ਜੀ, ਸੱਚ ਨੂੰ ਲੁਕਾਉਣਾ ਮੂੰਹ ਪੈ ਗਿਆ, ਬੇਈਮਾਨੀ ਖਾਤਾ ਹਨੇਰੀ ਵਾਂਗੂ ਝੁੱਲਦੀ ਦਾ ਢਹਿ ਗਿਆ, ਬੁਰਾ ਜਮਾਨਾ ਬੁਰੇ ਬਣ ਗਏ ਨੇ ਲੋਕ, ਪਤ ਆਪਣੀ ਨੂੰ ਪੈ ਗਿਆ ਲੁਕਾਉਣਾ, ਛੱਡ ਦਿਓ ਹਉਮੈ ਹੰਕਾਰ ਵੀਰੋ ਸਾਰੇ ਜੇ ਤੁਸੀਂ ਪੰਜਾਬ ਨੂੰ ਬਚਾਉਣਾ। ਜੀ ਲਾਲਚ ਨੇ ਰੋੜ ਦਿੱਤੀ, ਲਾਲਚ ਨੇ ਰੋੜ ਦਿੱਤੇ ਰਿਸ਼ਤੇ ਪਿਆਰ ਦੇ, ਗਹਿਰਾ ਨਾਲ ਸਾਂਝਾ ਅੱਜ ਪਾ ਲਈਆਂ, ਕੀਮਤੀ ਇਤਿਹਾਸ ਦੇ ਵਰਕੇ ਜਿਹੜੇ ਉਹਨਾਂ ਵਿੱਚੋਂ ਕਹਾਣੀਆਂ ਮਿਟਾ ਲਈਆਂ ਜੀ। ਅਣਖਾਂ ਦੇ ਗੈਰ ਦੇ ਡੇਰੇ ਬੁੱਝੀ ਜਾਂਦੇ ਜਦ ਤੱਕ ਸੱਚ ਨਹੀਂ ਪੜਾਉਣਾ, ਛੱਡ ਦਿਓ ਹਉਮੈ ਹੰਕਾਰ ਸਾਰੇ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਜੀ। ਇੱਕ ਗੱਲ ਕਰਨੀ ਸੁਣਿਓ ਧਿਆਨ ਨਾਲ, ਵੈਰ ਸਾਰੇ ਦਿਲਾਂ ਚੋਂ ਮਿਟਾ ਦਿਓ ਜੀ। ਜਿਹੜਾ ਪਿੱਛੇ ਰਹਿ ਗਿਆ ਗੁਰੂ ਦੀਆਂ ਰਹਿਮਤਾਂ ਨੂੰ ਬਾਹੋਂ ਫਾੜ ਉਹਨੂੰ ਗਲ ਲਾ ਲਿਓ, ਫਿਰ ਪਰਵਾਰਿਆ ਮੇਰੀ ਮੇਰੀ ਛੱਡ ਕੇ ਕਹੋ ਮਨ ਵਿੱਚੋਂ ਵਿਰੋਧ ਨੂੰ ਮਿਟਾਉਣਾ, ਛੱਡ ਦਿਓ ਹਉਮੈ ਹੰਕਾਰ ਵੀ ਸਾਡੇ ਜੇ ਤੁਸੀਂ ਪੰਜਾਬ ਨੂੰ ਬਚਾਉਣਾ। ਜਿੰਨਾ ਚਿਰ ਆਪਣੇ ਹਿਰਦੇ ਚੋਂ ਨਹੀਂ ਲੋਕ ਇਹ ਲੀਡਰ ਸੈਂਟਰ ਗਵਰਨਮੈਂਟ ਜਾਂ ਕੋਈ ਸਰਕਾਰ ਕਿਸੇ ਦੇ ਮੁੱਦੇ ਨੂੰ ਸੁਲਝਾਉਣਾ ਚਾਹੁੰਦੀ ਜਾਂ ਫੇਰ ਨਹੀਂ ਛੱਡਦੀ ਜੀ, ਉਹਨਾਂ ਚਿਰ ਕੋਈ ਹੱਲ ਨਹੀਂ ਹੋਣਾ ਜੀ। ਗਿੱਲ ਸਾਹਿਬ ਜੀ, ਗਿੱਲ ਸਾਹਿਬ ਹਾਜ਼ਰੀ ਭਰਨ ਲਈ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਜੰਮੂ ਜੀ, ਜਿਵੇਂ ਪੰਜਾਬ ਦੇ ਵਿੱਚ ਵੀ ਪਿਛਲੇ ਦਿਨੀ ਸਰਵ ਪਾਰਟੀ ਬੈਠਕ ਹੋਈ ਸੀ, ਪਰ ਉਹ ਦੇਖਿਆ ਸੀ ਉਹ ਵੀ ਉਹਦੇ ਜਿਹੜੇ ਨਤੀਜੇ ਇੰਨੇ ਸਾਰਥਕ ਨਹੀਂ ਨਿਕਲੇ, ਉਹ ਸਿਰਫ ਬੈਠਕ ਤੱਕ ਸੀਮਿਤ ਰਹਿ ਗਈ। ਰਾਜਾਂ ਦੇ ਅਧਿਕਾਰ ਦੀ ਗੱਲ ਵੀ ਜਿਵੇਂ ਇਹਨਾਂ ਨੇ ਕਿਹਾ ਏਕਤਾ, ਜੇ ਰਾਜਾਂ ਦੇ ਅਧਿਕਾਰ ਤੇ ਵੀ ਖੇਤਰੀ ਪਾਰਟੀਆਂ ਆਪਸ ਵਿੱਚ ਕਦੇ ਇਕਜੁੱਟ ਨਹੀਂ ਹੋਈਆਂ ਜੀ। ਇਸ ਸੰਦਰਭ ਦੇ ਵਿੱਚ ਨਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੱਕ ਪੱਤਰ ਲਿਖਿਆ ਜੀ, ਆਲਮੋਸਟ ਸਾਰੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੂੰ ਲਿਖਿਆ, ਇੱਕ ਬੀਜੇਪੀ ਨੂੰ ਨਹੀਂ ਲਿਖਿਆ ਤੇ ਖੱਬੀਆਂ ਪਾਰਟੀਆਂ ਨੂੰ ਨਹੀਂ ਲਿਖਿਆ ਜੀ। ਖੱਬੀਆਂ ਪਾਰਟੀਆਂ ਚੋਂ CPML ਦੇ ਜਿਹੜੇ ਦੀਪਾਂਕਰ ਭੱਟਾਚਾਰੀਆ ਉਹਨਾਂ ਨੂੰ ਲਿਖਿਆ ਜੀ। ਉਹਦੇ ਵਿੱਚ ਉਹਨਾਂ ਨੇ ਦਿੱਲੀ ਦੇ ਜਿਹੜਾ ਦਰਜਾ ਘਟਾਉਣ ਦਾ, ਲੈਫਟੀਨੈਂਟ ਗਵਰਨਰ ਨੂੰ ਅਧਿਕਾਰ ਦੇਣ ਦਾ ਜੀ, ਤੇ ਬਾਕੀ ਜਿਹੜੇ ਸਾਡੇ ਜਿਹੜੇ ਫੈਡਰਲ ਢਾਂਚੇ ਦੇ ਉੱਪਰ ਹਮਲੇ ਹੋ ਰਿਹਾ, ਤੇ ਜੋ ਬੀਜੇਪੀ ਜਿਹੜੀ ਹੈ ਇਹਨਾਂ ਚੋਣਾਂ ਦੇ ਵਿੱਚ ਪੱਛਮੀ ਬੰਗਾਲ 'ਚ ਕਰ ਰਹੀ ਹੈ, ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਉਹਨੇ ਇੱਕ ਵੱਡਾ ਸਾਰਾ ਪੱਤਰ ਲਿਖਿਆ ਜੀ। ਉਹਦੇ 'ਚ ਕਿਹਾ ਵੀ ਪੱਛਮੀ ਬੰਗਾਲ ਦੀਆਂ ਚੋਣਾਂ ਖਤਮ ਹੁੰਦਿਆਂ ਹੀ ਸਾਨੂੰ ਇਹਦੇ ਉੱਪਰ ਗੱਲਬਾਤ ਕਰਨੀ ਚਾਹੀਦੀ, ਬੈਠ ਕੇ ਦੇਖਣਾ ਚਾਹੀਦਾ, ਵਿਚਾਰ ਵਟਾਂਦਰਾ ਕਰਨਾ ਚਾਹੀਦਾ ਵੀ ਕੇਂਦਰ ਸਰਕਾਰ ਕਰ ਕੀ ਰਹੀ ਹੈ, ਸੂਬਿਆਂ ਦੇ ਹੱਕਾਂ ਨੂੰ ਕਿਵੇਂ ਕੁਚਲਿਆ ਜਾ ਰਿਹਾ, ਕਿਵੇਂ ਤੋੜਿਆ ਜਾ ਰਿਹਾ। ਇੰਟਰਸਟਿੰਗ ਗੱਲ ਹੈਗੀ ਆ ਕਿ ਉੱਥੇ ਪੱਛਮੀ ਬੰਗਾਲ ਦੇ ਵਿੱਚ ਚੋਣਾਂ ਹੋ ਰਹੀਆਂ, ਚੋਣਾਂ ਦੇ ਵਿੱਚ ਪੈਰਾਮਿਲਟਰੀ ਫੋਰਸਿਸ ਲਾਈਆਂ, ਜਿਹੜੀਆਂ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਅਰਧ ਸੈਨਿਕ ਬਲ ਜਿਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ, ਉਹ ਬੂਥਾਂ ਦੇ ਸਾਹਮਣੇ ਨੇ। ਜਿਹੜੀ ਪੱਛਮੀ ਬੰਗਾਲ ਦੀ ਪੁਲਿਸ ਹੈ ਉਹਨੂੰ ਪਿੱਛੇ ਤੱਕ ਦਿੱਤਾ ਗਿਆ ਵੀ ਉਹ ਟ੍ਰੈਫਿਕ ਦੇਖੇ, ਹੋਰ ਕੰਮਕਾਜ ਦੇਖੇ। ਮਤਲਬ ਇਸ ਤਰੀਕੇ ਨਾਲ ਮਤਲਬ ਚੋਣਾਂ ਦੇ ਵਿੱਚ ਵੀ ਜਿਹੜੀ ਕੇਂਦਰ ਸਰਕਾਰ ਦੀ ਜਿਹੜੀ ਦਖਲਅੰਦਾਜ਼ੀ ਆ ਉਹ ਵੱਧ ਗਈ ਆ, ਉਹ ਵਾਇਆ ਇਲੈਕਸ਼ਨ ਕਮਿਸ਼ਨ ਵਧੀ ਆ ਜੀ। ਇਹ ਜਿਹੜਾ ਤਰੀਕਾਕਾਰ ਆ ਇਹਦੇ ਉੱਪਰ ਵੀ ਉਹਨਾਂ ਨੇ ਕਿਹਾ ਵੀ ਇਹਦੇ ਤੇ ਵੀ ਸਾਨੂੰ ਜਿਹੜਾ ਆਪਸ 'ਚ ਵਿਚਾਰ ਵਟਾਂਦਰਾ ਕਰਨਾ ਚਾਹੀਦਾ। ਸੂਬਿਆਂ ਦੇ ਜਿਹੜੇ ਅਧਿਕਾਰ ਘਟ ਰਹੇ ਆ, ਜਿਹੜੇ ਖੇਤੀ ਕਾਨੂੰਨ ਆ ਜਾਂ ਹੋਰ ਮਾਮਲੇ ਨੇ, ਉਹਨਾਂ ਦੇ ਉੱਪਰ ਸਾਨੂੰ ਆਪਣਾ ਅੰਦੋਲਨ ਛੇੜਨਾ ਚਾਹੀਦਾ, ਸਾਨੂੰ ਵਿਚਾਰ ਵਟਾਂਦਰਾ ਕਰਕੇ ਕੁਝ ਕਦਮ ਚੁੱਕਣੇ ਚਾਹੀਦੇ ਆ। ਇਹ ਹੁਣ ਉਸ ਪੱਤਰ ਦੇ ਉੱਪਰ ਕੀ ਕਾਰਵਾਈ ਹੋਊਗੀ ਅਗਲੇ ਦਿਨਾਂ ਦੇ ਵਿੱਚ, ਮੈਨੂੰ ਲੱਗਦਾ 2 ਮਈ ਨੂੰ ਚੋਣ ਨਤੀਜੇ ਆਉਣੇ ਆ, 2 ਜਾਂ 3 ਨੂੰ। ਉਸ ਤੋਂ ਬਾਅਦ ਇੱਕ ਜਿਹੜੀਆਂ ਖੇਤਰੀ ਪਾਰਟੀਆਂ ਤੇ ਕੁਝ ਕੌਮੀ ਪਾਰਟੀਆਂ, ਉਹਨਾਂ ਦੀ ਸਾਂਝੀ ਕੋਈ ਮੀਟਿੰਗ ਹੋਣ ਦੀ ਸੰਭਾਵਨਾ ਹੈਗੀ, ਜਿਹਦੇ ਵਿੱਚ ਵੱਧ ਅਧਿਕਾਰਾਂ ਦੇ ਮੁੱਦੇ ਦੇ ਉੱਪਰ ਤੇ ਸੂਬਿਆਂ ਦੇ ਖੋਏ ਜਾ ਰਹੇ ਅਧਿਕਾਰਾਂ ਦੇ ਲੈ ਕੇ ਚਰਚਾ ਹੋਏਗੀ। ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਸ਼ੁਰੂ ਕੀਤਾ ਜਾਏਗਾ। ਇਹ ਇੱਕ ਚੰਗੀ ਦਿਸ਼ਾ ਹੈ, ਚੰਗੀ ਗੱਲ ਹੈ, ਇਹ ਹੋਣੀ ਚਾਹੀਦੀ। ਜਿਹੜਾ ਸਾਡਾ ਸੰਘੀ ਢਾਂਚੇ ਨੂੰ ਜਿਹੜੀਆਂ ਸੱਟਾਂ ਮਾਰੀਆਂ ਜਾ ਰਹੀਆਂ, ਇਹਦੇ ਖਿਲਾਫ ਆਵਾਜ਼ ਉੱਠਣੀ ਚਾਹੀਦੀ ਹੈ। ਇਹ ਜਿਹੜਾ ਮਮਤਾ ਬੈਨਰਜੀ ਨੇ ਸਟੈਪ ਚੁੱਕਿਆ, ਮੈਂ ਸਮਝਦਾ ਚੰਗਾ ਹੈਗਾ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਜਿਹੜੇ ਆ ਉਹਨੇ ਵੀ ਇੱਕ ਕਦਮ ਚੁੱਕਿਆ ਸੀਗਾ, ਉਹਨੇ ਵੀ ਇੱਕ ਕਮੇਟੀ ਬਣਾਈ ਸੀ। ਉਸ ਕਮੇਟੀ ਦੇ ਜਿਹੜੇ ਆਗੂ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਉਹ 1-2 ਸੂਬਿਆਂ 'ਚ ਜਾ ਕੇ ਆਏ ਸੀ, ਉਹ ਮਹਾਰਾਸ਼ਟਰ ਵੀ ਗਏ, ਸ਼ਰਦ ਪਵਾਰ ਤੇ ਹੋਰਾਂ ਨੂੰ ਮਿਲੇ ਸੀ ਜੀ।
ਇਸ ਕਰਕੇ ਅਗਲੇ ਦਿਨਾਂ ਦੇ ਵਿੱਚ ਜਿਹੜਾ ਇਸ ਮੁੱਦੇ ਦੇ ਉੱਪਰ ਕੋਈ ਨਾ ਕੋਈ ਗੱਲ ਜਿਹੜੀ ਛਿੜੇਗੀ ਤੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਦੇ ਉੱਪਰ ਘੇਰਨ ਦੀ ਤਿਆਰੀ ਹੋਏਗੀ ਕਿ ਤੁਸੀਂ ਸੂਬਿਆਂ ਦੇ ਹੱਕ ਕਿਉਂ ਖੋ ਰਹੇ ਹੋ। ਇਹਦੇ ਨਾਲ ਸੂਬਿਆਂ ਨੂੰ ਤੁਸੀਂ ਮਿਊਨਿਸਪੈਲਿਟੀਆਂ ਕਿਉਂ ਬਣਾਈ ਜਾ ਰਹੇ ਹੋ ਜੀ। ਸੂਬਿਆਂ ਨੂੰ ਖੁਦ ਮੁਖਤਾਰ ਤੌਰ ਤੇ ਵਧਣ ਦੇਣਾ ਚਾਹੀਦਾ, ਅੱਗੇ ਜਾਣ ਦੇਣਾ ਚਾਹੀਦਾ। ਹੁਣ ਤਾਂ ਲਗਾਤਾਰ ਹੀ ਹੱਕ ਖੋਏ ਜਾ ਰਹੇ। ਫਿਰ ਜੰਮੂ ਕਸ਼ਮੀਰ ਦਾ ਮਾਮਲਾ ਵੀ ਆਏਗਾ ਕਿ ਉਹ ਸੂਬਾ ਸੀਗਾ, ਸੂਬੇ ਤੋਂ ਵੀ ਵੱਧ ਅਧਿਕਾਰ ਸੀ, ਹੁਣ ਤੁਸੀਂ ਯੂਟੀ ਬਣਾਤਾ। ਇਹ ਸਾਰੇ ਮਾਮਲੇ ਜਿਹੜੇ ਆ ਮੇਰੇ ਖਿਆਲ ਅਗਲੇ ਦਿਨ ਜਦੋਂ ਇਹ ਇਲੈਕਸ਼ਨਾਂ ਹੋ ਜਾਣਗੀਆਂ ਉਸ ਤੋਂ ਬਾਅਦ ਉਹਦੇ 'ਚ ਵਿਚਾਰੇ ਜਾਣਗੇ ਤੇ ਕੋਈ ਨਵੀਂ ਰੂਪ ਰੇਖਾ ਅੰਦੋਲਨ ਦੀ ਦੇਸ਼ ਭਰ ਦੇ ਵਿੱਚ ਬਣੇਗੀ। ਉਹਦੇ ਵਿੱਚ ਖੇਤੀ ਕਾਨੂੰਨਾਂ ਦਾ ਮਾਮਲਾ ਵੀ ਲਾਜ਼ਮੀ ਤੌਰ ਤੇ ਉੱਠੇਗਾ ਜੀ। ਅਸੀਂ ਕਹਿ ਸਕਦੇ ਹਾਂ ਚੋਣਾਂ ਤੇ ਕਾਫੀ ਕੁਝ ਨਿਰਭਰ ਰਹੇਗਾ। ਚੋਣਾਂ ਦੇ ਨਤੀਜਿਆਂ ਦੇ ਬਾਅਦ ਜਿਹੜੀ ਹਲਚਲ ਹੋਵੇਗੀ ਉਹ ਵੇਖਣਯੋਗ ਹੋਵੇਗੀ। ਇਸ ਵੇਲੇ ਅਸੀਂ ਬ੍ਰੇਕ ਲੈਂਦੇ ਹਾਂ ਜੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।